ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸਭ ਦਾ ਪੰਜਾਬ ਐਗਜ਼ਾਮ ਥਿਊਰੀ ਦੇ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ। ਅੱਜ ਦਾ ਇਹ ਹਾਈ ਸਪੀਡ ਐਗਜ਼ਾਮ ਐਕਸਪਲੇਨਰ ਤੁਹਾਡੀ ਤਿਆਰੀ ਨੂੰ ਲਿਟਰਲੀ ਨੈਕਸਟ ਲੈਵਲ ਤੇ ਲੈ ਕੇ ਜਾਣ ਵਾਲਾ ਹੈ। ਅੱਜ ਆਪਾਂ ਮਾਡਰਨ ਇੰਡੀਅਨ ਹਿਸਟਰੀ ਦੇ ਇਨ੍ਹਾਂ ਹੈਂਡ ਰਿਟਨ ਨੋਟਸ ਨੂੰ ਬ੍ਰੇਕ ਡਾਊਨ ਕਰਾਂਗੇ, ਬਿਲਕੁਲ ਐਗਜ਼ਾਮ ਫੋਕਸਡ ਅਪਰੋਚ ਨਾਲ। ਇਹ ਸੈਸ਼ਨ ਹਰ ਇੱਕ ਟੌਪਿਕ ਵਿੱਚ ਮਾਰਕਸ ਗਾਰੰਟੀ ਕਰੇਗਾ। ਓਕੇ, ਲੈਟਸ ਡਾਈਵ ਇਨਟੂ ਦਿਸ। ਇਹ ਰਿਹਾ ਸਾਡੇ ਅੱਜ ਦੇ ਰਿਵੀਜ਼ਨ ਦਾ ਬਲੂਪ੍ਰਿੰਟ। ਆਪਾਂ ਇਨ੍ਹਾਂ ਕੰਪਲੈਕਸ ਨੋਟਸ ਨੂੰ 6 ਹਾਈਲੀ ਟੈਸਟੇਬਲ ਬਕੇਟਸ ਵਿੱਚ ਵੰਡ ਦਿੱਤਾ ਹੈ। ਇਸ ਦਾ ਫਾਇਦਾ ਕੀ ਹੈ? ਫਾਸਟ ਰੀਕਾਲ। ਐਗਜ਼ਾਮ ਹਾਲ ਵਿੱਚ ਬੈਠ ਕੇ ਜਦੋਂ ਪ੍ਰੈਸ਼ਰ ਹੁੰਦਾ ਹੈ ਨਾ, ਤਾਂ ਇਹ ਸਟਰਕਚਰਡ ਫਾਰਮੈਟ ਹੀ ਦਿਮਾਗ ਵਿੱਚ ਪੌਪ ਅਪ ਹੋਵੇਗਾ। ਚਲੋ, ਵਿਦਆਊਟ ਐਨੀ ਡਿਲੇ ਪਹਿਲੇ ਟੌਪਿਕ ਤੋਂ ਸ਼ੁਰੂ ਕਰਦੇ ਹਾਂ। ਆਈਐਨਸੀ ਐਂਡ अर्ਲੀ ਲੀਡਰਸ। ਇਹ ਸਾਰੀ ਮਾਡਰਨ ਹਿਸਟਰੀ ਦਾ ਬੇਸ ਹੈ। ਹੁਣ ਤੁਹਾਨੂੰ ਇਹ ਤਾਂ ਪਤਾ ਹੀ ਹੋਣਾ ਕਿ ਇੰਡੀਅਨ ਨੈਸ਼ਨਲ ਕਾਂਗਰਸ 28 ਦਸੰਬਰ 1885 ਨੂੰ ਬਣੀ ਸੀ ਏਓ ਹਿਊਮ ਦੁਆਰਾ। ਪਰ ਕੰਪੀਟੀਟਿਵ ਐਗਜ਼ਾਮਸ ਦੇ ਟ੍ਰੈਪਸ ਕਿੱਥੇ ਹੁੰਦੇ ਨੇ? ਉਹ ਪੁੱਛਣਗੇ ਫਾਦਰ ਆਫ ਇੰਡੀਅਨ ਔਰਨਿਥੋਲੋਜੀ ਯਾਨੀ ਪੱਖੀਆਂ ਦੀ ਸਟੱਡੀ ਕਰਨ ਵਾਲਾ ਕੌਣ ਸੀ? ਤੇ ਸਰਪ੍ਰਾਈਜ਼, ਉਹ ਵੀ ਏਓ ਹਿਊਮ ਹੀ ਸਨ। ਇੱਕ ਹੋਰ ਕਲਾਸਿਕ ਟ੍ਰੈਪ, ਪਹਿਲਾ ਸੈਸ਼ਨ ਪੁਣੇ ਵਿੱਚ ਹੋਣਾ ਸੀ, ਪਰ ਪਲੇਗ ਸੈਲਨ ਕਰਕੇ ਬੰਬੇ ਦੇ ਗੋਕੁਲਦਾਸ ਕਾਲਜ ਵਿੱਚ ਸ਼ਿਫਟ ਕਰਨਾ ਪਿਆ। ਪ੍ਰੈਜ਼ੀਡੈਂਸੀ WC ਬੈਨਰਜੀ ਤੇ ਟੋਟਲ 72 ਡੈਲੀਗੇਟਸ ਨੇ ਹਿੱਸਾ ਲਿਆ। ਇਹ ਛੋਟੀਆਂ-ਛੋਟੀਆਂ ਡਿਟੇਲਸ ਹੀ ਸਿਲੈਕਸ਼ਨ ਕਰਵਾਉਂਦੀਆਂ ਨੇ। ਉਸ ਤੋਂ ਬਾਅਦ ਕਾਂਗਰਸ ਦੋ ਹਿੱਸਿਆਂ ਵਿੱਚ ਵੰਡੀ ਗਈ। ਪਹਿਲਾ ਨਰਮ ਦਲ ਯਾਨੀ ਮੋਡਰੇਟਸ, ਜੋ ਮੈਜੋਰਿਟੀ 'ਚ ਸਨ। ਇਨ੍ਹਾਂ ਦਾ ਮੈਥਡ ਯਾਦ ਰੱਖਣ ਲਈ ਬਸ PPP ਮਾਡਲ ਦਿਮਾਗ 'ਚ ਫਿੱਟ ਕਰ ਲਓ। ਪ੍ਰੇ, ਪਿਟੀਸ਼ਨ ਤੇ ਪ੍ਰੋਟੈਸਟ, ਬੜੀ ਸ਼ਾਂਤੀ ਨਾਲ। ਦੂਜੇ ਪਾਸੇ ਸੀ ਗਰਮ ਦਲ ਯਾਨੀ ਐਕਸਟ੍ਰੀਮਿਸਟਸ। ਇਨ੍ਹਾਂ ਦਾ ਮੈਥਡ ਸਿਰਫ ਔਰ ਸਿਰਫ ਐਗਰੈਸਿਵ ਪ੍ਰੋਟੈਸਟ ਸੀ। ਇਨ੍ਹਾਂ ਦੇ ਲੀਡਰਸ ਨੂੰ ਯਾਦ ਰੱਖਣ ਦੀ ਸਾਡੀ ਕਲਾਸਿਕ ਟ੍ਰਿਕ ਹੈ ਲਾਲ ਬਾਲ ਪਾਲ, ਯਾਨੀ ਲਾਲਾ ਲਾਜਪਤ ਰਾਏ, ਬਾਲ ਗੰਗਾਧਰ ਤਿਲਕ ਤੇ ਬਿਪਿਨ ਚੰਦਰਪਾਲ। ਇਨ੍ਹਾਂ ਦੇ ਨਾਲ ਔਰੋਬਿੰਦੋ ਘੋਸ਼ ਵੀ ਸਨ। ਇਹ ਕੰਟਰਾਸਟ ਬਿਲਕੁਲ ਕਲੀਅਰ ਹੋਣਾ ਚਾਹੀਦਾ ਹੈ। ਮੂਵਿੰਗ ਔਨ, ਸਾਡਾ ਦੂਜਾ ਬਕੇਟ ਹੈ ਉਹ ਹੈ ਗ੍ਰੇਟ ਡਿਵਾਈਡ, ਜਿਸ ਨੇ ਪੂਰੇ ਦੇਸ਼ ਵਿੱਚ ਮਾਸ ਐਕਸ਼ਨ ਨੂੰ ਇਗਨਾਈਟ ਕੀਤਾ। ਪਾਰਟੀਸ਼ਨ ਆਫ ਬੰਗਾਲ। ਤੁਹਾਨੂੰ ਇਸ ਟਾਈਮਲਾਈਨ ਨੂੰ ਲੈ ਕੇ ਬਿਲਕੁਲ ਅਲਰਟ ਰਹਿਣਾ ਪੈਣਾ ਹੈ। ਐਗਜ਼ਾਮੀਨਰਸ ਹਮੇਸ਼ਾ ਅਨਾਉਂਸਮੈਂਟ ਤੇ ਇੰਪਲੀਮੈਂਟੇਸ਼ਨ ਡੇਟਸ ਵਿੱਚ ਕਨਫਿਊਜ਼ ਕਰਦੇ ਨੇ। ਨੋਟ ਕਰੋ, 19 ਜੁਲਾਈ 1905 ਨੂੰ ਪਾਰਟੀਸ਼ਨ ਸਿਰਫ ਅਨਾਉਂਸ ਹੋਇਆ ਸੀ। ਇਸ ਦੇ ਵਿਰੋਧ ਵਿੱਚ 7 ਅਗਸਤ 1905 ਨੂੰ ਕੈਲਕਾਟਾ ਤੋਂ ਸਵਦੇਸ਼ੀ ਮੂਵਮੈਂਟ ਸ਼ੁਰੂ ਹੋਈ, ਜਿਹਨੂੰ ਆਪਾਂ ਅੱਜ ਨੈਸ਼ਨਲ ਹੈਂਡਲੂਮ ਡੇ ਵਜੋਂ ਵੀ ਮਨਾਉਂਦੇ ਹਾਂ। ਏਮ ਸੀ ਬ੍ਰਿਟਿਸ਼ ਗੁੱਡਸ ਦਾ ਬਾਇਕਾਟ। ਫਿਰ 16 ਅਕਤੂਬਰ 1905 ਨੂੰ ਪਾਰਟੀਸ਼ਨ ਇੰਪਲੀਮੈਂਟ ਕਰ ਦਿੱਤਾ ਗਿਆ। ਪਰ ਇਸ ਸ਼ੋਕ ਦੇ ਦਿਨ ਹਿੰਦੂ ਤੇ ਮੁਸਲਮਾਨ ਭਰਾਵਾਂ ਨੇ ਇੱਕ ਦੂਜੇ ਦੇ ਗੁੱਟੇ ਰਾਖੀ ਬੰਨੀ ਬ੍ਰਦਰਹੁੱਡ ਸ਼ੋਅ ਕਰਨ ਲਈ, ਤੇ ਰਵਿੰਦਰਨਾਥ ਟੈਗੋਰ ਦਾ ਲਿਖਿਆ ਅਮਰ ਸੋਨਾ ਬਾਂਗਲਾ ਗਾਇਆ ਗਿਆ। ਸੱਚ ਅ ਪਾਵਰਫੁਲ ਮੂਮੈਂਟ, ਹੈ ਨਾ? ਪ੍ਰੈਸ ਨੇ ਵੀ ਇਸ ਵਿੱਚ ਕੈਂਟ ਰੋਲ ਪਲੇ ਕੀਤਾ। ਬਿਪਿਨ ਚੰਦਰਾ ਪਾਲ ਨੇ ਨਿਊ ਇੰਡੀਆ ਚਲਾਇਆ, ਔਰੋਬਿੰਦੋ ਘੋਸ਼ ਨੇ ਬੰਦੇ ਮਾਤਰਮ ਤੇ ਅਜਿਤ ਸਿੰਘ ਨੇ ਭਾਰਤ ਮਾਤਾ। ਮੈਚ ਦਾ ਫੋਲੋਇੰਗ ਵਿੱਚ ਇਹ ਕੁਐਸਚਨਸ ਪੱਕਾ ਆਉਂਦੇ ਨੇ। ਦੂਜੇ ਪਾਸੇ ਬ੍ਰਿਟਿਸ਼ ਆਫੀਸਰਸ ਸਨ, ਜਿਵੇਂ JB ਫੁਲਰ ਤੇ WH ਕਰਜ਼ਨ ਵਾਈਲੀ। ਤੇ ਵਾਈਲੀ ਦਾ ਕੀ ਅੰਜਾਮ ਹੋਇਆ? 1909 ਵਿੱਚ ਲੰਡਨ ਦੇ ਵਿੱਚ ਮਦਨ ਲਾਲ ਧਿੰਗਰਾ ਨੇ ਉਸ ਨੂੰ ਗੋਲੀ ਮਾਰ ਕੇ ਖਤਮ ਕਰ ਦਿੱਤਾ ਸੀ। ਇਸ ਸਭ ਦੇ ਠੀਕ ਬਾਅਦ 1906 ਵਿੱਚ ਢਾਕਾ ਵਿੱਚ ਮੁਸਲਿਮ ਲੀਗ ਦਾ ਗਠਨ ਹੁੰਦਾ ਹੈ। ਕੀ ਲੀਡਰ ਸਨ? ਆਗਾ ਖਾਨ III, ਨਵਾਬ ਸਲੀਮ ਮੁੱਲਾ ਤੇ ਮੋਹਸਿਨ ਉਲ ਮੁਲਕ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਨੇ ਬੰਗਾਲ ਪਾਰਟੀਸ਼ਨ ਨੂੰ ਸਪੋਰਟ ਕੀਤਾ ਤੇ ਸਵਦੇਸ਼ੀ ਮੂਵਮੈਂਟ ਦਾ ਵਿਰੋਧ ਕੀਤਾ। ਇਨ੍ਹਾਂ ਦੀ ਵੱਡੀ ਡਿਮਾਂਡ ਸੀ ਸੈਪਰੇਟ ਇਲੈਕਟੋਰੇਟ, ਜੋ ਇਨ੍ਹਾਂ ਨੂੰ 1909 ਦੇ ਮੌਰਲੇ ਮਿੰਟੋ ਰਿਫਾਰਮਸ ਵਿੱਚ ਮਿਲ ਗਈ। ਇਸੇ ਕਰਕੇ ਵਾਇਸਰਾਏ ਮਿੰਟੋ ਨੂੰ ਫਾਦਰ ਆਫ ਕਮਿਊਨਲ ਡਿਵੀਜ਼ਨ ਆਫ ਇੰਡੀਆ ਵੀ ਕਿਹਾ ਜਾਂਦਾ ਹੈ। ਹੁਣ ਆਪਾਂ ਅਪਰੋਚ ਕਰਦੇ ਹਾਂ ਸੈਕਸ਼ਨ 3 ਵੱਲ, ਦ ਰੈਵੋਲਿਊਸ਼ਨਰੀ ਮੂਵਮੈਂਟਸ। ਇਹ ਉਹ ਐਕਸ਼ਨਸ ਨੇ ਜਿਨ੍ਹਾਂ ਨੇ ਬ੍ਰਿਟਿਸ਼ ਐਮਪਾਇਰ ਦੀ ਨੀਂਹ ਹਿਲਾ ਦਿੱਤੀ ਸੀ। ਇੰਡੀਆ ਦੇ ਅੰਦਰ ਪਹਿਲਾ ਰੈਵੋਲਿਊਸ਼ਨਰੀ ਗਰੁੱਪ ਸੀ ਅਨੁਸ਼ੀਲਨ ਸਮਿਤੀ, ਜੋ 1902 ਵਿੱਚ ਬੰਗਾਲ 'ਚ ਸਤੀਸ਼ ਚੰਦਰ ਬੋਸ ਤੇ P ਮਿਤਰਾ ਨੇ ਬਣਾਇਆ ਸੀ। ਪਰ ਦੇਸ਼ ਤੋਂ ਬਾਹਰ ਪਹਿਲਾ ਗਰੁੱਪ ਕਿਹੜਾ ਸੀ? ਉਹ ਸੀ ਦ ਇੰਡੀਅਨ ਹਾਊਸ, ਲੰਡਨ 'ਚ 1905 'ਚ, ਜਿਸ ਨੂੰ ਸ਼ਾਮਜੀ ਕ੍ਰਿਸ਼ਨਾ ਵਰਮਾ ਤੇ VD ਸਾਵਰਕਰ ਨੇ ਬਣਾਇਆ। ਇੱਕ ਡਾਇਰੈਕਟ ਫੈਕਟ ਹੋਰ ਯਾਦ ਰੱਖਣਾ, ਗਦਰ ਪਾਰਟੀ ਦੇ ਹੈੱਡਕੁਆਰਟਰਸ ਦਾ ਨਾਮ ਯੁਗਾਂਤਰ ਮੈਗਜ਼ੀਨ ਦੇ ਨਾਂ ਤੇ ਰੱਖਿਆ ਗਿਆ ਸੀ। 8 ਸਿਰਫ ਇੱਕ ਨੰਬਰ ਨਹੀਂ, ਇਹ ਉਮਰ ਸੀ ਸ਼ਹੀਦ ਖੁਦੀਰਾਮ ਬੋਸ ਦੀ, ਜਦੋਂ ਉਹਨਾਂ ਨੂੰ 1908 ਵਿੱਚ ਫਾਂਸੀ ਦਿੱਤੀ ਗਈ ਸੀ। He literally became the youngest revolutionary to be hanged in India. ਇਹ ਲੈਵਲ ਦਾ ਜਜ਼ਬਾ ਸੀ ਉਸ ਟਾਈਮ। ਇਹ ਦੋ ਕੰਸਪੀਰੇਸੀ ਕੇਸਿਸ ਐਗਜ਼ਾਮਸ ਲਈ ਬਹੁਤ ਟੈਸਟੇਬਲ ਨੇ।
ਪਹਿਲਾ 1908 ਦਾ ਐਲੀਪੋਰ ਬੰਬ ਕੇਸ। ਟਾਰਗੇਟ ਸੀ ਡੀਐਚ ਕਿੰਗਫੋਰਡ, ਪਰ ਬਾਈ ਮਿਸਟੇਕ ਕੈਨੇਡੀ ਮਾਰੇ ਗਏ। ਪ੍ਰਫੁੱਲਾ ਚਾਕੀ ਨੇ ਸੁਸਾਈਡ ਕਰ ਲਿਆ। 18 ਸਾਲ ਦੇ ਖੁਦੀਰਾਮ ਬੋਸ ਨੂੰ ਫਾਂਸੀ ਹੋਈ ਤੇ ਔਰੋਬਿੰਦੋ ਘੋਸ਼ ਅਰੈਸਟ ਹੋਏ। ਦੂਜਾ 1909 ਦਾ ਨਾਸਿਕ ਕੰਸਪੀਰੇਸੀ ਕੇਸ। ਇੱਥੇ ਮੈਜਿਸਟ੍ਰੇਟ ਜੈਕਸਨ ਨੂੰ ਮਾਰਿਆ ਗਿਆ। ਇਸ ਕੇਸ ਵਿੱਚ ਆਰਮਸ ਪ੍ਰੋਵਾਈਡ ਕਰਨ ਦੇ ਦੋਸ਼ ਵਿੱਚ ਵੀਡੀ ਸਾਵਰਕਰ ਨੂੰ ਅਰੈਸਟ ਕਰਕੇ 11 ਸਾਲ ਲਈ ਕਾਲਾ ਪਾਣੀ ਭੇਜ ਦਿੱਤਾ ਗਿਆ ਤੇ ਗੈਸ ਵਾਟ, ਉੱਥੇ ਉਹਨਾਂ ਨੇ ਜੇਲ੍ਹ ਦੀ ਕੰਧਾਂ ਉੱਤੇ ਭਾਰਤ ਦਾ ਇਤਿਹਾਸ ਲਿਖ ਦਿੱਤਾ ਸੀ। ਚਲੋ ਮੂਵਿੰਗ ਰਾਈਟ ਅਲੋਂਗ ਟੂ ਸੈਕਸ਼ਨ 4 ਸੋਸ਼ਲ ਐਂਡ ਸਪਿਰਿਚੁਅਲ ਰਿਫਾਰਮਰਸ, ਕਿਉਂਕਿ ਕ੍ਰਾਂਤੀ ਸਿਰਫ ਹਥਿਆਰਾਂ ਨਾਲ ਤਾਂ ਨਹੀਂ ਆਂਦੀ ਨਾ। ਦੇਸ਼ ਨੂੰ ਸਮਾਜਿਕ ਤੇ ਸਪਿਰਿਚੁਅਲ ਤੌਰ ਤੇ ਉਠਾਣਾ ਵੀ ਉਨਾ ਹੀ ਜ਼ਰੂਰੀ ਸੀ। ਫਟਾਫਟ ਸਵਾਮੀ ਵਿਵੇਕਾਨੰਦ ਦੇ ਇਹ ਕੀ ਫੈਕਟਸ ਰੀਕਾਲ ਕਰ ਲਓ। ਰੀਅਲ ਨੇਮ ਨਰੇਂਦਰਨਾਥ ਦੱਤਾ। ਗੁਰੂ ਦਾ ਨਾਮ ਰਾਮ ਕ੍ਰਿਸ਼ਨ ਪਰਮਹੰਸ। ਜਨਮ 12 ਜਨਵਰੀ 1863, ਜਿਹਨੂੰ ਆਪਾਂ ਨੈਸ਼ਨਲ ਯੂਥ ਡੇ ਵਜੋਂ ਮਨਾਉਂਦੇ ਹਾਂ। 1897 ਵਿੱਚ ਉਹਨਾਂ ਨੇ ਬੈਲੂਰ ਵਿੱਚ ਰਾਮ ਕ੍ਰਿਸ਼ਨਾ ਮਿਸ਼ਨ ਬਣਾਇਆ। ਪੇਪਰਸ ਦੋ ਯਾਦ ਰੱਖਣੇ ਨੇ, ਪ੍ਰਭੂ ਦਾ ਭਾਰਤ ਇੰਗਲਿਸ਼ ਵਿੱਚ ਤੇ ਉਦਬੋਧਨਾ ਬੰਗਾਲੀ ਵਿੱਚ। ਉਹਨਾਂ ਤੋਂ ਬਾਅਦ ਮਿਸ਼ਨ ਦੀ ਬਾਗਡੋਰ ਆਇਰਲੈਂਡ ਦੀ ਸਿਸਟਰ ਨਿਵੇਦਿਤਾ ਨੇ ਸੰਭਾਲੀ ਸੀ। ਮਾਈ ਡੀਅਰ ਬ੍ਰਦਰਸ ਐਂਡ ਸਿਸਟਰਸ ਆਫ ਅਮਰੀਕਾ, ਇਹ ਸ਼ਬਦ ਤੁਹਾਨੂੰ ਯਾਦ ਹੋਣਗੇ। ਇਹ ਆਈਕੋਨਿਕ ਓਪਨਿੰਗ ਲਾਈਨ ਸਵਾਮੀ ਵਿਵੇਕਾਨੰਦ ਨੇ 1893 ਵਿੱਚ ਸ਼ਿਕਾਗੋ ਪਾਰਲੀਮੈਂਟ ਆਫ ਰਿਲੀਜਨ ਵਿੱਚ ਬੋਲੀ ਸੀ ਤੇ ਪੂਰੀ ਦੁਨੀਆ ਨੂੰ ਆਪਣਾ ਫੈਨ ਬਣਾ ਲਿਆ ਸੀ। ਇਸੇ ਕੰਟੈਕਸਟ ਵਿੱਚ ਗੋਪਾਲ ਕ੍ਰਿਸ਼ਨਾ ਗੋਖਲੇ ਦਾ 1905 ਦਾ ਸਰਵੈਂਟ ਸੁਸਾਇਟੀ ਆਫ ਇੰਡੀਆ ਵੀ ਯਾਦ ਰੱਖਣਾ, ਜਿਸ ਨੇ ਟ੍ਰਾਈਬਲਸ ਤੇ ਫੈਮਿਨ ਰਿਲੀਫ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। This brings us to Section 5, Dr. B.R. Ambedkar, the modern Manu of India। ਤੁਹਾਨੂੰ ਪਤਾ ਹੈ ਕਿ ਉਹ ਪਹਿਲੇ ਏਜੰਸੀ ਜਿਨ੍ਹਾਂ ਨੇ ਇਕਨੋਮਿਕਸ ਵਿੱਚ ਡਬਲ ਡਾਕਟਰੇਟ ਹਾਸਿਲ ਕੀਤੀ ਸੀ। ਆਓ ਇਸ ਟਾਈਮਲਾਈਨ ਤੇ ਨਜ਼ਰ ਮਾਰੀਏ। ਮੋਹੂ ਦੇ ਇੱਕ ਮਹਾਰ ਪਰਿਵਾਰ ਵਿੱਚ ਜਨਮ, ਬਰੋਦੇ ਦੇ ਰੂਲਰ ਸਯਾਜੀਰਾਓ ਗਾਇਕਵਾੜ ਤੋਂ ਸਕਾਲਰਸ਼ਿਪ ਪ੍ਰਾਪਤ ਕਰਨਾ, ਫਿਰ 1924 ਵਿੱਚ ਡਿਪਰੈਸਡ ਕਲਾਸਿਸ ਇੰਸਟੀਟਿਊਟ ਦੀ ਸਥਾਪਨਾ, 1927 ਦਾ ਮਹਾਡ ਵਾਟਰ ਸੱਤਿਆਗ੍ਰਹਿ ਅਨਟਚੇਬਿਲਿਟੀ ਦੇ ਖਿਲਾਫ ਇੱਕ ਮੈਸਿਵ ਸਟੈਪ ਸੀ। ਆਜ਼ਾਦ ਭਾਰਤ ਦੇ ਪਹਿਲੇ ਲਾਅ ਮਿਨਿਸਟਰ ਬਣੇ, ਪਰ 1951 ਵਿੱਚ ਰਿਜ਼ਾਈਨ ਕਰ ਦਿੱਤਾ। ਫਿਰ 6 ਦਸੰਬਰ 1956 ਨੂੰ ਉਹਨਾਂ ਦਾ ਦੇਹਾਂਤ ਹੋਇਆ, ਜਿਸ ਨੂੰ ਮਹਾਪਰਿਨਿਰਵਾਣਾ ਦਿਵਸ ਕਿਹਾ ਜਾਂਦਾ ਹੈ। ਇਹ ਸਲਾਈਡ ਤਾਂ ਡੈਫੀਨਿਟਲੀ ਸਕਰੀਨਸ਼ਾਟ ਲੈਣ ਵਾਲੀ ਹੈ, ਕਿਉਂਕਿ ਇਹ ਲਿਟਰੇਚਰ ਮੈਚ ਦ ਫਾਲੋਇੰਗ ਵਿੱਚ ਪੱਕਾ ਆਉਂਦਾ ਹੈ। ਮੋਕ ਨਾਇਕ, ਜਨਤਾ ਤੇ ਬਹਿਸ਼ਕ੍ਰਿਤ ਭਾਰਤ ਇਹਨਾਂ ਦੇ ਮੇਨ ਨਿਊਜ਼ਪੇਪਰਸ ਸਨ। ਇੱਕ ਟ੍ਰੈਪ ਨੋਟ ਕਰੋ, ਪ੍ਰਬੁੱਧਾ ਭਾਰਤ ਨਾਮ ਦਾ ਪੇਪਰ ਵਿਵੇਕਾਨੰਦ ਨੇ ਵੀ ਯੂਜ਼ ਕੀਤਾ ਸੀ ਤੇ ਅੰਬੇਡਕਰ ਨੇ ਵੀ। ਆਪਣੀ ਲਾਈਫ ਦੇ ਐਂਡ ਵਿੱਚ ਉਹਨਾਂ ਨੇ ਬੁੱਧਿਜ਼ਮ ਅਪਣਾ ਲਿਆ ਸੀ, ਹਾਲਾਂਕਿ ਪਹਿਲਾਂ ਉਹ ਸਿੱਖੀਜ਼ਮ ਅਪਣਾਉਣਾ ਚਾਹੁੰਦੇ ਸਨ। ਉਹਨਾਂ ਦੀ ਫੇਮਸ ਕਿਤਾਬ ਦਾ ਨਾਮ ਹੈ ਬੁੱਧਾ ਐਂਡ ਹਿਜ਼ ਧੰਮਾ। Alright, final sprint, Section 6, Indigo Revolt and Revision. Let's finish strong. 3/20 यानी 3/20। ਇਹ ਇੱਕ ਛੋਟਾ ਜਿਹਾ ਫ੍ਰੈਕਸ਼ਨ ਹੀ ਬੰਗਾਲ ਦੇ ਗੋਵਿੰਦਪੁਰ ਵਿਲੇਜ ਦੇ ਕਿਸਾਨਾਂ ਦੇ ਗੁੱਸੇ ਦਾ ਮੇਨ ਕਾਰਨ ਸੀ। ਇਸ ਨੂੰ 3 ਕਥੀਆ ਲਾਅ ਕਹਿੰਦੇ ਸੀ, ਜਿੱਥੇ ਬ੍ਰਿਟਿਸ਼ ਜ਼ਬਰਦਸਤੀ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਦੇ 3/20 ਹਿੱਸੇ ਤੇ ਨੀਲ ਯਾਨੀ ਇੰਡੀਗੋ ਉਗਾਉਣ ਲਈ ਮਜਬੂਰ ਕਰਦੇ ਸੀ। ਇਸ ਦਬਾਅ ਦਾ ਡਾਇਰੈਕਟ ਰਿਜ਼ਲਟ ਸੀ 1859 ਦਾ ਇੰਡੀਗੋ ਰਿਵੋਲਟ, ਜਿਸ ਨੂੰ ਲੀਡ ਕੀਤਾ ਦਿਗੰਬਰ ਵਿਸਵਾਸ ਤੇ ਵਿਸ਼ਨੂੰ ਵਿਸਵਾਸ ਨੇ। ਪ੍ਰੋਟੈਸਟ ਇੰਨਾ ਇੰਟੈਂਸ ਸੀ ਕਿ ਬ੍ਰਿਟਿਸ਼ਰਜ਼ ਨੂੰ 1860 ਵਿੱਚ ਇੰਡੀਗੋ ਕਮਿਸ਼ਨ ਬਿਠਾਣਾ ਹੀ ਪਿਆ। ਪਰ ਪਤਾ ਹੈ, ਇਸ ਮੂਵਮੈਂਟ ਨੂੰ ਹਮੇਸ਼ਾ ਲਈ ਅਮਰ ਕਿਸਨੇ ਕੀਤਾ? ਦਿਨਬੰਧੂ ਮਿਤਲਾ ਦੇ ਬੰਗਾਲੀ ਨਾਟਕ ਨੀਲ ਦਰਪਣ ਨੇ, ਜਿਹੜਾ ਬਾਅਦ ਵਿੱਚ ਮਾਈਕਲ ਮਧੂਸੂਦਨ ਦੱਤਾ ਨੇ ਦ ਇੰਡੀਗੋ ਮਿਰਰ ਨਾਮ ਹੇਠ ਇੰਗਲਿਸ਼ ਅਨੁਵਾਦ ਕੀਤਾ। ਇਹ ਲਿਟਰੇਰੀ ਪੀਸ ਕੰਪੀਟੀਟਿਵ ਐਗਜ਼ਾਮਸ ਦਾ ਐਬਸੋਲੂਟਲੀ ਫੇਵਰਿਟ ਕੁਐਸਚਨ ਹੈ। ਐਂਡ ਲੁੱਕ ਹਾਊ ਬਿਊਟੀਫੁਲੀ ਇਟ ਆਲ ਕਮਸ ਟੁਗੇਦਰ। ਫਟਾਫਟ ਸਾਰੇ ਬਲੂਪ੍ਰਿੰਟਸ ਦੀ ਵਿਜ਼ੂਅਲ ਰਿਵੀਜ਼ਨ ਕਰਦੇ ਹਾਂ। ਸਟੈਪ 1 ਆਈਐਨਸੀ ਬਣੀ ਤੇ ਨਰਮ ਗਰਮ ਦਲ ਦਾ ਸਪਲਿਟ। ਸਟੈਪ 2 1905 ਦਾ ਪਾਰਟੀਸ਼ਨ ਤੇ ਸਵਦੇਸ਼ੀ ਮੂਵਮੈਂਟ। ਸਟੈਪ 3 ਯੂਥ ਨੇ ਘਰ ਤੇ ਬਾਹਰ ਕ੍ਰਾਂਤੀ ਲਿਆਂਦੀ। ਸਟੈਪ 4 ਰਿਫਾਰਮਰਸ ਨੇ ਸਾਡੀਆਂ ਰੂਹਾਂ ਨੂੰ ਜਗਾਇਆ। ਸਟੈਪ 5 ਡਾਕਟਰ ਅੰਬੇਡਕਰ ਨੇ ਅਨਟਚੇਬਿਲਿਟੀ ਅਗੇਂਸਟ ਸਿਸਟਮ ਬਦਲਿਆ। ਸਟੈਪ 6 ਕਿਸਾਨਾਂ ਦੇ ਇੰਡੀਗੋ ਰਿਵੋਲਟਸ ਨੇ ਬ੍ਰਿਟਿਸ਼ਰਜ਼ ਨੂੰ ਝੁਕਾਇਆ। ਇਹ 6 ਸਟੈਪਸ ਤੁਹਾਨੂੰ ਐਗਜ਼ਾਮ ਵਿੱਚ ਬਹੁਤ ਕੌਨਫੀਡੈਂਟ ਫੀਲ ਕਰਵਾਉਣਗੇ। ਤਾਂ ਇਸ ਸਭ ਨੂੰ ਦੇਖਦੇ ਹੋਏ ਆਖਿਰ ਤੇ ਇੱਕ ਪ੍ਰੋਵੋਕੇਟਿਵ ਸਵਾਲ ਛੱਡ ਕੇ ਜਾ ਰਹੇ ਹਾਂ। ਸਵਦੇਸ਼ੀ ਗੁੱਡਸ ਦੇ ਬਾਇਕਾਟ ਤੋਂ ਲੈ ਕੇ ਸਾਵਰਕਰ ਦੁਆਰਾ ਕਾਲਾ ਪਾਣੀ ਦੀ ਕੰਧਾਂ ਤੇ ਇਤਿਹਾਸ ਲਿਖਣ ਤੱਕ ਤੁਹਾਡੇ ਹਿਸਾਬ ਨਾਲ ਕਿਹੜਾ ਰੈਵੋਲੂਸ਼ਨਰੀ ਮੈਥਡ ਬ੍ਰਿਟਿਸ਼ ਐਮਪਾਇਰ ਨੂੰ ਹਿਲਾਉਣ 'ਚ ਸਭ ਤੋਂ ਵੱਧ ਇਫੈਕਟਿਵ ਸੀ? ਸੋਚੋ, ਇਸ ਨੋਟਸ ਦੇ ਐਕਸਪਲੇਨਰ ਨੂੰ ਦੁਬਾਰਾ ਰਿਵਾਈਜ਼ ਕਰੋ ਤੇ ਕਮੈਂਟਸ ਵਿੱਚ ਜਵਾਬ ਜ਼ਰੂਰ ਦਿਓ। ਪੰਜਾਬ ਐਗਜ਼ਾਮ ਥਿਊਰੀ ਨਾਲ ਇਦਾਂ ਹੀ ਜੁੜੇ ਰਹੋ। ਬੈਸਟ ਆਫ ਲੱਕ।